ਤੇ ਰੱਬ ਦੇ ਪਿਆਰੇ ਨਾਮ ਜਪਣ ਵਾਸਤੇ, ਨਾਮ ਜਪਾਉਣ ਵਾਸਤੇ ਆਉਂਦੇ ਨੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਹੁਣ ਮਹਾਂਪੁਰਖਾਂ ਨੇ 1.5 ਘੰਟੇ ਦੇ ਸਮੇਂ ਦੇ ਵਿੱਚ ਇਹ ਵਿਆਖਿਆ ਕੀਤੀ ਕਿ ਨਾਮ ਜਪਣਾ ਚਾਹੀਦਾ, ਬੰਦਗੀ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ। ਜੇ ਸਿਮਰਨ ਨਾ ਕੀਤਾ ਤੇ ਸਾਨੂੰ ਪਛਤਾਣਾ ਪਵੇਗਾ, ਜੇ ਭਗਤੀ ਨਾ ਕੀਤੀ ਤੇ ਸਾਨੂੰ ਬਹੁਤ ਵੱਡਾ ਧੋਖਾ ਮਿਲੇਗਾ ਜੀਵਨ ਦੇ ਵਿੱਚ। ਪਰਮਾਤਮਾ ਦਾ ਨਾਮ ਜਪ ਕੇ ਲੋਕ ਤੇ ਪ੍ਰਲੋਕ ਦੋਨੇ ਹੀ ਸਵਰ ਜਾਂਦੇ ਨੇ। ਇਹ ਸਾਰੀ ਜਿਹੜੀ ਵਿਚਾਰ ਸੀ ਨਾ, ਮਹਾਂਪੁਰਖਾਂ ਨੇ 1.5 ਘੰਟੇ ਦੇ ਸਮੇਂ ਦਰਮਿਆਨ ਕੀਤੀ, ਸੰਗਤਾਂ ਨਾਲ ਸਾਂਝੀ। ਦੀਵਾਨ ਦੀ ਸਮਾਪਤੀ ਹੋਈ ਤੇ ਉਹ ਜਿਹੜਾ ਅਮੀਰ ਬੰਦਾ ਸੀ, ਬਹੁਤ ਵੱਡੀ ਪੋਸਟ ਦੇ ਉੱਤੇ ਨੌਕਰੀ ਕਰਦਾ ਸੀ, ਉਹਨੂੰ ਬੜੀ ਨਿਰਾਸ਼ਾ ਹੋਈ। ਧਿਆਨ ਦੇਣਾ ਗੁਰਮੁਖੋ, ਇਹੋ ਜਿਹੇ ਬੰਦਿਆਂ ਦਾ ਜੇ ਮਾਈਕ ਵਿੱਚ ਨਾਮ ਬੋਲ ਦਈਏ ਤੇ ਬੜੀ ਸੋਭਾ ਕਰਦੇ ਨੇ ਕਿ ਬੜਾ ਵਧੀਆ ਦੀਵਾਨ ਲਾਇਆ ਸੀ ਜੀ, ਬੜੀ ਵਧੀਆ ਵਿਚਾਰ ਸੁਣਾਈ ਸੀ। ਤੇ ਜੇ ਇਹਨਾਂ ਦੀ ਪੁੱਛ ਪੜਤਾਲ ਨਾ ਹੋਵੇ, ਇਹਨਾਂ ਦਾ ਨਾਮ ਵਗੈਰਾ ਨਾ ਲਿਆ ਜਾਵੇ, ਇਹਨਾਂ ਵੱਲ ਧਿਆਨ ਨਾ ਦਿੱਤਾ ਜਾਵੇ, ਤੇ ਫਿਰ ਇਹ ਨੁਕਸ ਲੱਭਣੇ ਸ਼ੁਰੂ ਕਰ ਦਿੰਦੇ ਨੇ। ਫਿਰ ਇਹ ਕਮੀਆਂ ਲੱਭ ਕੇ ਦੁਨੀਆ ਨੂੰ ਦੱਸਦੇ ਨੇ। ਮਹਾਂਪੁਰਖ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਦੋਂ ਗੱਡੀ ਵਿੱਚ ਬੈਠ ਕੇ ਜਾਣ ਲੱਗੇ ਤੇ ਇਹ ਸੱਜਣ ਨੇੜੇ ਚਲਾ ਗਿਆ। ਨੇੜੇ ਜਾ ਕੇ ਬਾਬਾ ਜੀ ਨੂੰ ਕਹਿੰਦਾ ਹੈ, ਤੁਸੀਂ 1.5 ਘੰਟਾ ਇੱਕੋ ਹੀ ਗੱਲ ਕਰੀ ਗਏ, ਨਾਮ ਜਪੋ ਨਾਮ ਜਪੋ ਨਾਮ ਜਪੋ, ਦੂਜੀ ਗੱਲ ਹੀ ਨਹੀਂ ਕੋਈ ਕੀਤੀ। ਇੱਥੇ ਵੀ ਬੜੇ ਹੋਣਗੇ ਤੁਹਾਡੇ ਪਿੰਡ 'ਚ, ਕਹਿੰਦੇ ਹੋਣਗੇ ਵੀ ਕੀ ਕਰਨ ਜਾਣਾ ਗੁਰਦੁਆਰੇ, ਉੱਥੇ ਤੇ ਕਈ ਸਾਲ ਹੋ ਗਏ ਨੇ ਇੱਕੋ ਹੀ ਗੱਲ ਕਰੀ ਜਾਂਦੇ ਨੇ ਕਿ ਨਾਮ ਜਪੋ, ਭਗਤੀ ਕਰੋ, ਸੇਵਾ ਕਰੋ, ਸਿਮਰਨ ਕਰੋ, ਨਵੀਂ ਗੱਲ ਹੀ ਨਹੀਂ ਕੋਈ ਕਰਦੇ। ਆ ਕਈਆਂ ਨੇ ਨਵੀਆਂ ਕਰਨੀਆਂ ਸ਼ੁਰੂ ਕੀਤੀਆਂ ਨਾ, ਉਹ ਨਾਮ ਦੀ ਗੱਲ ਹੁਣ ਭੁੱਲ ਗਏ ਨੇ, ਬੰਦਗੀ ਦੀਆਂ ਬਾਤਾਂ ਪਾਉਣੀਆਂ ਭੁੱਲ ਗਏ, ਸਿਮਰਨ ਦੀ ਗੱਲ ਕਰਨੀ ਉਹਨਾਂ ਨੂੰ ਫਿੱਕੀ ਲੱਗਦੀ। ਹੁਣ ਉਹ ਕਹਿੰਦੇ ਨਵੀਂ ਦੁਨੀਆ ਤੇ ਨਵੀਆਂ ਗੱਲਾਂ ਸੁਣਾਓ। ਗੁਰਮੁਖੋ, ਇੱਕ ਗਿਆਨੀ ਸ਼ੇਰ ਸਿੰਘ ਜੀ ਹੋਏ ਨੇ, ਕਸ਼ਮੀਰ ਦੇ ਰਹਿਣ ਵਾਲੇ। ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਕਿ ਗੁਰੂ ਨਾਨਕ ਦੇ ਘਰ ਵਿੱਚ ਹਰ ਰੋਜ਼ ਨਾਮ ਦੀ ਗੱਲ ਕਿਉਂ ਹੁੰਦੀ ਹੈ। ਧਿਆਨ ਦੇਣਾ, ਬੜੇ ਪਿਆਰ ਨਾਲ ਸਮਝਣ ਵਾਲਾ ਨੁਕਤਾ। ਉਹਨਾਂ ਨੇ ਇਹ ਬਚਨ ਲਿਖਿਆ, ਕਹਿੰਦੇ ਜਿਹੜਾ ਬੱਚਾ ਪਹਿਲੀ ਜਮਾਤ ਵਿੱਚ ਸਕੂਲ ਵਿੱਚ ਪੜ੍ਹਨ ਜਾਂਦਾ ਹੈ, ਉਹਨੂੰ ਸਭ ਤੋਂ ਪਹਿਲਾਂ ਕੀ ਪੜ੍ਹਾਇਆ ਜਾਂਦਾ? ਉਹ ਕਹਿੰਦਾ ਜੀ ਜੇ ਅੰਗਰੇਜ਼ੀ ਪੜ੍ਹਦਾ ਹੋਏ ਤੇ ABC ਪੜ੍ਹਾਉਂਦੇ ਨੇ, ਜੇ ਪੰਜਾਬੀ ਪੜ੍ਹਨੀ ਹੈ ਤੇ ਊੜਾ ਐੜਾ ਏੜੀਏ ਸਾਰਾ ਇਹ 35 ਪੜ੍ਹਾਈ ਜਾਂਦੀ ਹੈ। ਤੇ ਕਹਿੰਦੇ ਜਦੋਂ ਉਹ ਬੰਦਾ ਡਿਗਰੀ ਲੈ ਕੇ ਵੱਡਾ ਅਫਸਰ ਬਣ ਜਾਂਦਾ ਹੈ, ਕਿਸੇ ਪਦਵੀ ਦਾ ਮਾਲਕ ਬਣ ਜਾਂਦਾ ਹੈ, ਤੇ ਫਿਰ ਊੜਾ ਐੜਾ ਤੇ ABC ਛੱਡ ਦਿੰਦਾ। ਕਹਿੰਦੇ ਨਹੀਂ, ਉਹ ਜੋ ਵੀ ਬੋਲੇਗਾ ਊੜੇ ਐੜੇ ਦੇ ਵਿੱਚੋਂ ਹੀ ਬੋਲੇਗਾ, ਜੋ ਵੀ ਬੋਲੇਗਾ ABC ਦੇ ਵਿੱਚੋਂ ਹੀ ਬੋਲੇਗਾ, ਜੋ ਵੀ ਲਿਖੇਗਾ ਇਹਨਾਂ ਅੱਖਰਾਂ ਦੇ ਵਿੱਚੋਂ ਹੀ ਲਿਖਣਾ ਪੈਣਾ ਉਹਨੂੰ। ਭਾਵੇਂ ਕਿਸੇ ਵੀ ਮਰਤਬੇ ਦੇ ਉੱਤੇ ਪਹੁੰਚ ਜਾਏ, ਪਰ ਜਿਹੜੇ ਅੱਖਰ ਉਹਨੇ ਸ਼ੁਰੂ ਵਿੱਚ ਪੜ੍ਹੇ ਨੇ ਉਹ ਅੱਖਰਾਂ ਦੇ ਵਿੱਚ ਹੀ ਗੱਲ ਕਰੇਗਾ, ਅੱਖਰਾਂ ਦੇ ਵਿੱਚ ਹੀ ਲਿਖੇਗਾ, ਅੱਖਰਾਂ ਦੇ ਵਿੱਚ ਹੀ ਉਹ ਆਪਣਾ ਗਿਆਨ ਅੱਗੇ ਵੰਡੇਗਾ। ਕਹਿੰਦੇ ਭਾਵੇਂ ਕਿਸੇ ਵੀ ਡਿਗਰੀ ਦਾ ਮਾਲਕ ਬਣ ਜਾਏ, ਕਿਸੇ ਵੀ ਮਰਤਬੇ ਦੇ ਉੱਤੇ ਪਹੁੰਚ ਜਾਏ, ਜੋ ਬਚਪਨ ਵਿੱਚ ਸਿੱਖਿਆ ਉਹਨਾਂ ਅੱਖਰਾਂ ਨੂੰ ਉਹ ਚਾਹ ਕੇ ਵੀ ਛੱਡ ਨਹੀਂ ਸਕਦਾ। ਇਸੇ ਤਰ੍ਹਾਂ ਗੁਰਮੁਖੋ, ਜਿਹੜੇ ਨਾਮ ਵੱਲ ਮੂੰਹ ਨਹੀਂ ਨਾ ਕਰਨਾ ਚਾਹੁੰਦੇ, ਜਿਸ ਦਿਨ ਸਾਨੂੰ ਪਤਾ ਲੱਗ ਗਿਆ ਕਿ ਸਾਡੀ ਪੈਦਾਇਸ਼ ਹੀ ਨਾਮ ਤੋਂ ਹੋਈ ਹੈ, ਸ਼ਬਦ ਤੋਂ ਆਪਣੀ ਸਾਰਿਆਂ ਦੀ ਉਤਪਤੀ ਹੋਈ ਹੈ, ਸ਼ਬਦ ਦੇ ਵਿੱਚ ਆਪਾਂ ਜੀ ਰਹੇ ਹਾਂ, ਸ਼ਬਦ ਨੂੰ ਜਪਾਂਗੇ ਤੇ ਸ਼ਬਦ ਦੇ ਵਿੱਚ ਸਮਾ ਜਾਵਾਂਗੇ।
ਜਦੋਂ ਇਹ ਬਾਤ ਸਮਝ ਆ ਗਈ, ਫਿਰ ਆਪਾਂ ਵੀ ਅਰਦਾਸ ਕਰਾਂਗੇ, ਬੇਨਤੀ ਕਰਾਂਗੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਅਜੇ ਤੇ ਮੈਂ ਦਿਨ 'ਚ ਹੀ ਜਪਦਾ, ਕਦੇ ਕਦੇ ਮੇਰੇ ਹਿਰਦੇ ਵਿੱਚ ਇਸ ਤਰ੍ਹਾਂ ਦੀ ਪ੍ਰੀਤ ਪੈਦਾ ਕਰ ਦੇ ਕਿ ਮੈਂ ਰਾਤ ਨੂੰ ਵੀ ਤੇਰਾ ਨਾਮ ਹੀ ਜਪਾਂ, ਦਿਨੇ ਰਾਤ ਤੇਰਾ ਨਾਮ ਹੀ ਜਪਦਾ ਰਹਾਂ। ਮਹਾਂਪੁਰਖਾਂ ਦੀ ਗੱਡੀ ਦੇ ਨੇੜੇ ਹੋ ਕੇ ਕਹਿਣ ਲੱਗਾ, ਬਾਬਾ ਜੀ 1.5 ਘੰਟਾ ਇੱਕੋ ਹੀ ਗੱਲ ਦੇ ਉੱਤੇ ਲਾ ਦਿੱਤਾ ਕਿ ਨਾਮ ਜਪੋ, ਨਾਮ ਜਪ ਕੇ ਆਹ ਮਿਲਦਾ ਹੈ, ਨਾਮ ਜਪ ਕੇ ਉਹ ਮਿਲਦਾ ਹੈ। ਕਹਿੰਦਾ ਲੈ ਮੈਂ ਤੁਹਾਡੇ ਸਾਹਮਣੇ 10 ਵਾਰੀ ਵਾਹਿਗੁਰੂ 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 ਕਹਿ ਦੇਣਾ, ਕੀ ਹੋ ਗਿਆ? ਇਸ ਤਰ੍ਹਾਂ ਦੀ ਸ਼ਬਦਾਵਲੀ ਵਿੱਚ ਬੋਲਿਆ। ਕਹਿਣ ਲੱਗਾ, ਤੁਸੀਂ ਕਿਉਂ ਦੁਨੀਆ ਨੂੰ ਮੂਰਖ ਬਣਾਉਂਦੇ ਹੋ? ਨਾਮ ਜਪ ਕੇ ਆਹ ਮਿਲਦਾ, ਨਾਮ ਜਪ ਕੇ ਉਹ ਮਿਲਦਾ। ਮੈਂ ਤੁਹਾਡੇ ਸਾਹਮਣੇ 10-15 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਦੇਣਾ ਖੜ ਕੇ, ਦੱਸੋ ਮੈਨੂੰ ਕੀ ਮਿਲੇਗਾ? ਮਹਾਂਪੁਰਖ ਬੋਲੇ ਨਹੀਂ, ਕੋਈ ਜਵਾਬ ਨਹੀਂ ਦਿੱਤਾ। ਜਿਹੜਾ ਹਜੂਰੀਆ ਆਪਣੇ ਗਲ ਵਿੱਚ ਪਾਇਆ ਹੋਇਆ ਸੀ ਆਪਣੇ ਮੁਖ ਦੇ ਉੱਤੇ ਰੱਖ ਲਿਆ ਮਹਾਂਪੁਰਖਾਂ ਨੇ ਤੇ ਗੱਡੀ ਵਿੱਚ ਬੈਠ ਕੇ ਚਲੇ ਗਏ। ਰਸਤੇ ਵਿੱਚ ਜਾਂਦਿਆਂ ਨੂੰ ਸੇਵਾਦਾਰਾਂ ਨੇ ਪੁੱਛਿਆ, ਬਾਬਾ ਜੀ ਜਿਸ ਬੰਦੇ ਨੇ ਤੁਹਾਡੇ ਕੋਲੇ ਸਵਾਲ ਕੀਤਾ ਸੀ ਤੁਸੀਂ ਉਹਨੂੰ ਜਵਾਬ ਕੋਈ ਨਹੀਂ ਦਿੱਤਾ। ਬੜੀਆਂ ਉਦਾਹਰਨਾਂ ਤੁਸੀਂ ਦੇ ਸਕਦੇ ਸੀ, ਬੜੇ ਪ੍ਰਮਾਣ ਦੇ ਕੇ ਉਹਨੂੰ ਸਮਝਾ ਸਕਦੇ ਸੀ, ਤੁਸੀਂ ਕੁਝ ਬੋਲੇ ਕਿਉਂ ਨਹੀਂ? ਤੇ ਰਾੜਾ ਸਾਹਿਬ ਵਾਲੇ ਮਹਾਂਪੁਰਖ ਕਹਿਣ ਲੱਗੇ, ਸੱਜਣੋ 1.5 ਘੰਟਾ ਜਦੋਂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਾ ਸੀ, ਉਦੋਂ ਵੀ ਮੈਂ ਨਹੀਂ ਸੀ ਬੋਲਿਆ, ਉਦੋਂ ਵੀ ਮੈਂ ਨਹੀਂ ਸੀ ਬੋਲਿਆ। ਜੋ ਮੇਰੇ ਗੁਰੂ ਨੇ ਮੇਰੇ ਤੋਂ ਬੁਲਾਇਆ ਸੀ ਮੈਂ ਉਹ ਬੋਲਿਆ। ਤੇ ਮੇਰੀ ਡਿਊਟੀ ਨਹੀਂ ਕਿ ਮੈਂ ਕੱਲੇ ਕੱਲੇ ਬੰਦੇ ਨਾਲ ਸਿੰਘ ਪਸਾਂਦਾ ਫਿਰਾਂ, ਮੇਰੀ ਡਿਊਟੀ ਹੈ ਕੀਰਤਨ ਕਰਨ ਦੀ। ਕੱਲ ਨੂੰ ਮਹਾਰਾਜ ਦੀ ਹਜ਼ੂਰੀ ਵਿੱਚ ਜੋ ਮੇਰੇ ਤੋਂ ਗੁਰੂ ਬੁਲਾਏਗਾ ਮੈਂ ਉੱਥੇ ਬੋਲਾਂਗਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਇਹ ਹੈ ਸੰਤ ਦੀ ਨਿਸ਼ਾਨੀ। ਜੇ ਕੱਲੇ ਕੱਲੇ ਬੰਦੇ ਨੂੰ ਆਪਣੀ ਸਫਾਈ ਦਿੰਦੇ ਰਹੀਏ ਨਾ ਗੁਰਮੁਖੋ, ਕਿਹਨੂੰ ਕਿਹਨੂੰ ਸਫਾਈ ਦੇਵਾਂਗੇ ਆਪਾਂ? ਰੱਬ ਦੇ ਪਿਆਰੇ ਦਾ ਕੰਮ ਹੈ ਹਰ ਜਨ ਰਾਮ ਨਾਮ ਗੁਣ ਗਾਵੇ। ਪ੍ਰਮਾਤਮਾ ਦੇ ਗੁਣ ਗਾਉਂਦਾ ਰੱਬ ਦਾ ਪਿਆਰਾ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਉੱਚਾ ਨੀਵਾਂ ਵੀ ਬੋਲ ਦਿੰਦਾ ਤਾਂ ਵੀ ਆਪਣੇ ਰਸਤੇ ਨੂੰ ਨਹੀਂ ਛੱਡਦਾ, ਆਪਣਾ ਗੁਣ ਨਾ ਗਵਾਵੇ। ਮਹਾਂਪੁਰਖ ਕਹਿੰਦੇ ਇਹ ਮੇਰੀ ਡਿਊਟੀ ਨਹੀਂ ਕਿ ਮੈਂ ਕੱਲੇ ਕੱਲੇ ਨੂੰ ਸਮਝਾਈ ਜਾਵਾਂ, ਮੇਰੀ ਡਿਊਟੀ ਗੁਰੂ ਨਾਨਕ ਦੇ ਘਰ ਵਿੱਚੋਂ ਕੀਰਤਨ ਦੀ ਲੱਗੀ ਹੋਈ ਹੈ। ਤੇ ਮੈਂ ਜਦੋਂ ਕੀਰਤਨ ਕਰਦਾ ਮੈਂ ਅਰਦਾਸ ਕਰਕੇ ਬੈਠਦਾ, ਮੇਰੇ ਮਾਲਕਾ ਹੁਣ ਮੈਂ ਚੁੱਪ ਕਰਨ ਲੱਗਿਆ ਤੇ ਤੂੰ ਮੇਰੇ ਅੰਦਰ ਬੈਠ ਕੇ ਬੋਲੀ। ਬੇਸਮਾਰ ਅਥਾਹ ਅਗਨਤ ਅਤੁੱਲੈ, ਜਿਉ ਬੁਲਾਵ ਹੋ ਤਿਉ ਨਾਨਕ ਦਾਸ ਬੋਲੇ। ਮਹਾਂਪੁਰਖ ਆਪਣੇ ਆਨੰਦ ਵਿੱਚ, ਆਪਣੀ ਮੌਜ ਵਿੱਚ। ਕਈ ਸਾਲਾਂ ਦਾ ਸਮਾਂ ਲੰਘ ਗਿਆ। ਉਹ ਜਿਹੜਾ ਸੱਜਣ ਸੀ ਨਾ ਗੁਰਮੁਖੋ, ਉਹਦੀ ਪ੍ਰਮੋਸ਼ਨ ਹੋ ਗਈ, ਹੋਰ ਵੱਡਾ ਅਫਸਰ ਬਣ ਗਿਆ। ਇੱਕ ਉਹਦੀ ਬੇਟੀ ਸੀ, ਇੱਕ ਪੁੱਤਰ ਸੀ ਉਹਦਾ, ਦੋਨਾਂ ਦੀ ਸ਼ਾਦੀ ਹੋ ਗਈ, ਵਿਆਹ ਹੋ ਗਿਆ। ਰਿਟਾਇਰਮੈਂਟ ਤੋਂ ਬਾਅਦ ਜਦੋਂ ਘਰੇ ਆਇਆ ਤੇ ਪ੍ਰਮਾਤਮਾ ਨੇ ਇਸ ਤਰ੍ਹਾਂ ਦੀ ਖੇਡ ਬਣਾਈ, ਉਹਨੂੰ ਬ੍ਰੇਨ ਹੈਮਰੇਜ ਹੋ ਗਿਆ, ਦਿਮਾਗ ਦੀ ਇੱਕ ਨਸ ਫਟ ਗਈ। ਤੇ ਜਦੋਂ ਹਸਪੀਟਲ ਦੇ ਵਿੱਚ ਉਹਦਾ ਟ੍ਰੀਟਮੈਂਟ ਹੋਇਆ ਤੇ ਡਾਕਟਰਾਂ ਨੇ ਕਹਿ ਦਿੱਤਾ ਕਿ ਇਹ ਹੁਣ ਕੋਮਾ ਵਿੱਚ ਚਲਾ ਗਿਆ, ਇਹਦੀ ਜਾਨ ਤੇ ਬਚ ਗਈ ਹੈ, ਪਰ ਇਹ ਕੋਮਾ ਵਿੱਚ ਚਲਾ ਗਿਆ। ਕੋਮਾ ਵਿੱਚ ਜਾਣ ਤੋਂ ਭਾਵ ਕਿ ਹੁਣ ਇਹਨੂੰ ਕਦੋਂ ਹੋਸ਼ ਆਏਗੀ ਅਸੀਂ ਕਹਿ ਨਹੀਂ ਸਕਦੇ। ਹੋਸ਼ ਆਏ ਤੇ ਅੱਜ ਵੀ ਆ ਸਕਦੀ ਹੈ, ਨਾ ਆਏ ਤੇ 10, 15, 20 ਸਾਲ, ਸਾਰੀ ਉਮਰ ਵੀ ਇਦਾਂ ਹੀ ਲੰਘ ਸਕਦੀ ਹੈ। ਜਦੋਂ
इस तरह की घटना घट गई, कौमां विच चला गया। ते फिर परिवार नूं, उहदी धर्म पत्नी नूं, उहदे बच्चिआं नूं चेता आया कि असीं राड़ा साहिब वाले महापुरखां दे कोल जाइए, क्योंकि साडे पिता ने उन्हां नूं फिक्का बोलिया सी, उन्हां दे नाल दुर्विहार कीता सी। ते परिवार, धीआं पुत्त, रिश्तेदार इकट्ठे होए, मुलाकात का समा लिया ते राड़ा साहिब वाले महापुरखां दे कोल चले गए। अपने आनंद विच बैठे ने ते जाके परिवार ने आखिया, बाबा जी असी फलाने फलाने पिंडों आए हाँ, जिथे तुहाडे दीवान लगे सी एक बारी, ते साडे पिता ने तुहानू कुछ उच्चा नीवा बोलिया सी, असी उन्हां दे बच्चे हाँ। राड़ा साहिब वाले महापुरख कहन लगे, सानू ते कुछ याद नहीं, सानू ते कुछ चेता नहीं कि सानू किसी ने उच्चा नीवा बोलिया सी जां सानू किसी ने माड़ा बोलिया सी। बोलो सतनाम श्री वाहिगुरू। ये है संत दी निशानी, ये है रब दे प्यारे दी निशानी। जे रब दे प्यारे दी निंदिया किसी ने कर दिती ते रब दे प्यारे ने उस निंदिया दे अखरां नूं अपने दिल दे उत्ते लिखिया नहीं। ध्यान देना, जे रब दे प्यारे दी किसी ने वडियाई कर दिती, उस्तत कर दिती, ते उहनूं भी अपने मन दे उत्ते नहीं लिखिया। असी पता दुखी क्यों आ? जेड़ा साडी निंदिया करदा है उहनूं याद कर करके जहर घोली जाने अपने अंदर। वो करन वाला करके चला गया, उहनूं भावें चेता भुल गया होवे, पर असी अपनी निंदिया दे शब्दां नूं सुन के अपने अंदर साਂਭ के रख लिया, वो सानूं दुखी करी जांदे आ। ते जेड़े बंदे नूं अपनी शोभा अपनी वडियाई सुनन दी भुख पै जाए, वो बंदा सवेरे घरों तैयार होकर निकलदा ही इस वास्ते कि किहड़े मोड़ ते दो चार खलोते हुए मैनूं इदां दे मिलन जेड़े मैनूं चंगा कहण, मेरी वडियाई करन। महाराज सच्चे पातशाह जी कहंदे, जेड़ा निंदिया ते उस्तत नूं अपने अंदर साਂਭ के रखदा है वो रब दा प्यारा नहीं हो सकदा। महापुरखां नूं परिवार कहंदा, बाबा जी फलाने पिंड साडा पिता सी, दीवान दी समाप्ति तो बाद तुहानूं उच्चे नीवें बोल बोलदा सी। बाबा जी कहंदे, सानूं ते याद नहीं, सानूं नहीं याद, चेता भुल गया सानूं। सच है गुरमुखो, वो गुरमुख बन गए सन। जन नानक ए खेल कठन है किन्हू गुरमुख जाना। हुण दुनिया साडे वर्गियां नूं भी गुरमुख कही जांदी है। बेशक निंदिया संतां दी करदे ने, संत शब्द नूं नफरत दा प्रतीक बना रहे ने, ते गुरमुख कहलाउण विच जां होर अपने नाम दे नाल नवे नवे अल्फाज लवाउण दे विच फकर महसूस करते हैं। पर गुरमुखो, महाराज सच्चे पातशाह जी कहंदे, गुरमुख वो है जिहड़ा उस्तत ते निंदिया दोनों नूं छड्ड दिंदा, अपना नवेका अपना निराला रस्ता बना के उहदे उत्ते सच दे राह ते तुरदा। जदों महापुरखां ने यह जवाब दे दिता, बच्चे सन, अपने पिता का मोह प्यार सी उन्हां दे अंदर, अखां भर आईयां, हंझू वग तुरे पछतावे दे, ते हाथ जोड़ के कहन लगे, बाबा जी चलो जे आप जी नूं याद नहीं ते करो किरपा करो बख्शिश, कोई रेख दे विच मेख मारो, अज साडे पिता दी जिहड़ी हालत है साडे तो देखी नहीं जाती। महापुरख कहन लगे,
ਇਹ ਸਾਖੀ ਦੇ ਵਿੱਚ ਲਿਖਿਆ ਹੋਇਆ ਕਿ ਉਸ ਸਮੇਂ ਉਹਨਾਂ ਦੇ ਕੋਲ ਸਿਮਰਨਾ ਸੀ, ਸਿਮਰਨਾ। ਸਿਮਰਨਾ ਮਾਲਾ ਛੋਟੀ ਹੱਥ ਵਿੱਚ ਫੜਾ ਦਿੱਤੀ ਤੇ ਕਹਿੰਦੇ ਸਾਰਾ ਪਰਿਵਾਰ ਕੇਸੀ ਇਸ਼ਨਾਨ ਕਰਕੇ ਉਹਦੇ ਕੋਲ ਬੈਠ ਕੇ ਮੂਲ ਮੰਤਰ ਦਾ ਸਿਮਰਨ ਸ਼ੁਰੂ ਕਰ ਦਿਓ। ਇੱਥੇ ਕਈ ਵਾਰੀ ਜਦੋਂ ਸਿਮਰਨਾ ਸ਼ਬਦ ਆਉਂਦਾ ਨਾ, ਮਾਲਾ ਸ਼ਬਦ, ਸਿੱਧੇ ਹੀ ਇਹ ਸ਼ਬਦ ਯਾਦ ਆ ਜਾਣਗੇ ਕਈਆਂ ਨੂੰ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਕਹਿੰਦੇ ਭਗਤ ਕਬੀਰ ਜੀ ਦੇ ਕਹਿੰਦੇ ਨੇ ਮੇਰਾ ਸਿਮਰਨ ਰਸਨਾ ਦਾ ਨਾਮ ਹੈ, ਮੈਨੂੰ ਬਾਹਰਲੇ ਸਿਮਰਨੇ ਦੀ ਲੋੜ ਨਹੀਂ। ਸਿੱਧੀ ਆਪਣੀ ਤੁਲਨਾ ਭਗਤ ਕਬੀਰ ਜੀ ਦੇ ਨਾਲ ਕਰ ਦਿੱਤੀ ਕਿ ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਮਾਲਾ ਦੀ ਲੋੜ ਨਹੀਂ। ਉਹ ਭਗਤ ਕਬੀਰ ਜਦੋਂ ਬ੍ਰਹਮ ਗਿਆਨੀ ਬਣ ਗਏ ਉਦੋਂ ਕਹਿ ਰਹੇ ਨੇ, ਤੇ ਤੂੰ ਅਜੇ ਸਕੂਲ ਦਾ ਦਰਵਾਜ਼ਾ ਵੀ ਨਹੀਂ ਲੰਘਿਆ ਤੇ ਤੂੰ ਕਹਿੰਦਾ ਮੈਨੂੰ ਵੀ ਲੋੜ ਨਹੀਂ। ਧਿਆਨ ਦੇਣਾ, ਜਦੋਂ ਆਪਾਂ ਛੋਟੇ ਸੀ ਨਾ ਗੁਰਮੁਖੋ, ਆਪਾਂ ਸਕੂਲ ਵਿੱਚ ਜਾ ਕੇ ਕਾਇਦਾ ਪੜ੍ਹਦੇ ਸੀ ਤੇ ਬੱਚੇ ਨੂੰ ਜਦੋਂ ਊੜਾ ਐੜਾ ਪੜ੍ਹਾਇਆ ਜਾਂਦਾ ਸੀ, ਈੜੀ ਪੜ੍ਹਾਈ ਜਾਂਦੀ ਸੀ ਤੇ ਇੱਕ ਕਿਤਾਬ ਦਿੱਤੀ ਜਾਂਦੀ ਸੀ ਜਿਹਦੇ ਵਿੱਚ ਐੜਾ ਲਿਖਿਆ ਹੁੰਦਾ ਸੀ ਤੇ ਕੋਲ ਅੰਬ ਦੀ ਫੋਟੋ ਬਣਾਈ ਹੁੰਦੀ ਸੀ। ਜਿਹੜੇ ਪੇਜ ਦੇ ਉੱਤੇ ਊੜਾ ਲਿਖਿਆ ਹੁੰਦਾ ਸੀ ਉੱਥੇ ਊਠ ਦੀ ਫੋਟੋ ਬਣਾਈ ਹੁੰਦੀ ਸੀ, ਜਿੱਥੇ ਈੜੀ ਲਿਖੀ ਹੁੰਦੀ ਸੀ ਉੱਥੇ ਇੱਟ ਦੀ ਫੋਟੋ ਬਣਾਈ ਹੁੰਦੀ ਸੀ। ਹੁਣ ਬੱਚੇ ਨੂੰ ਪੜਾਉਣਾ ਤੇ ਊੜਾ ਹੈ ਨਾ, ਊਠ ਖੜਾਉਣਾ ਪਿਆ ਕੋਲ, ਊਠ ਦਿਖਾਣਾ ਪਿਆ, ਊਠ ਦੀ ਫੋਟੋ ਦਿਖਾਣੀ ਪਈ ਊੜੇ ਦੀ ਪਰਿਭਾਸ਼ਾ ਦੱਸਣ ਵਾਸਤੇ। ਐੜਾ ਪੜਾਉਣਾ ਸੀ, ਅੰਬ ਛਾਪ ਕੇ ਉਹਦੀ ਫੋਟੋ ਦਿਖਾਣੀ ਪਈ ਬੱਚੇ ਨੂੰ। ਈੜੀ ਦਾ ਗਿਆਨ ਦੇਣਾ ਸੀ, ਇੱਟ ਛਾਪ ਕੇ ਇੱਟ ਦੀ ਫੋਟੋ ਦਿਖਾਣੀ ਪਈ। ਉਹ ਗੁਰਮੁਖਾ, ਗੁਰੂ ਨੇ ਤੈਨੂੰ ਜੋੜਿਆ ਸ਼ਬਦ ਨਾਲ ਹੈ, ਪਰ ਜੇ ਸ਼ਬਦ ਤੱਕ ਪਹੁੰਚਣ ਵਾਸਤੇ ਤੈਨੂੰ ਮਾਲਾ ਦਾ ਸਹਾਰਾ ਲੈਣਾ ਵੀ ਪੈ ਗਿਆ, ਤੂੰ ਮਾਲਾ ਨਾਲ ਥੋੜੀ ਜੁੜਨਾ ਹੈ, ਉਹ ਤੇ ਇੱਕ ਸਹਾਰਾ ਹੈ। ਸ਼ਬਦ ਤੱਕ ਪਹੁੰਚਣ ਦਾ ਉਹ ਸਹਾਰਾ ਕੋਈ ਵੀ ਹੋ ਸਕਦਾ ਹੈ। ਆ ਸੰਗਤ ਵਿੱਚ ਬੈਠ ਕੇ ਜਿਹੜਾ ਆਪਾਂ ਨਾਮ ਜਪ ਰਹੇ ਹਾਂ ਵੀ ਇੱਕ ਸਹਾਰਾ ਹੈ। ਇਕੱਲੇ ਬੈਠ ਕੇ ਨਹੀਂ ਜਪਿਆ ਜਾਂਦਾ, ਇਕੱਲੇ ਬੈਠ ਕੇ ਜਪੋਗੇ ਮਨ ਨਹੀਂ ਜੁੜੇਗਾ। ਇੱਥੇ ਹੁਣ ਕਈਆਂ ਦਾ ਘੰਟਾ ਹੋ ਗਿਆ ਹੋਣਾ, ਮਨ ਕਿਤੇ ਗਿਆ ਹੀ ਨਹੀਂ ਹੋਣਾ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਕਈਆਂ ਦੇ ਉੱਤੇ ਗੁਰੂ ਪਾਤਸ਼ਾਹ ਜੀ ਦੀ ਐਸੀ ਬਖਸ਼ਿਸ਼ ਹੋਈ ਹੋਊਗੀ, ਆ ਘੰਟਾ ਸਵਾ ਘੰਟੇ ਦਾ ਸਮਾਂ ਲੰਘ ਗਿਆ, ਕਿਤੇ ਮਨ ਗਿਆ ਸਾਡਾ। ਇਹ ਸੰਗਤ ਦੀ ਬਰਕਤ ਹੈ, ਇਹ ਸੰਗਤ ਦੀ ਕਿਰਪਾ ਹੈ। ਇਹ ਸਾਰੇ ਆਸਰੇ ਹਨ ਗੁਰਮੁਖੋ, ਜਿਨ੍ਹਾਂ ਆਸਰਿਆਂ ਦੇ ਨਾਲ ਮਨ ਨੂੰ ਇਕਾਗਰ ਕਰਨਾ, ਮਨ ਨੂੰ ਜੋੜਨਾ, ਪਰ ਪਹੁੰਚਣਾ ਸ਼ਬਦ ਤੱਕ, ਪਹੁੰਚਣਾ ਪ੍ਰਮਾਤਮਾ ਦੇ ਨਾਮ ਤੱਕ। ਮਹਾਂਪੁਰਖਾਂ ਦਾ ਬਚਨ ਮੰਨ ਕੇ ਉਸ ਪਰਿਵਾਰ ਨੇ ਨਿਯਮ ਬਣਾਇਆ, ਉਹਦੇ ਕੋਲ ਬੈਠ ਕੇ ਮੂਲ ਮੰਤਰ ਦਾ, ਗੁਰ ਮੰਤਰ ਦਾ ਉਹਨਾਂ ਨੇ ਸਿਮਰਨ ਕੀਤਾ। ਤੇ ਸਾਖੀ ਵਿੱਚ ਜ਼ਿਕਰ ਆਉਂਦਾ ਕਿ ਕੁਝ ਦਿਨਾਂ ਤੋਂ ਬਾਅਦ ਉਹ ਜਿਹੜਾ ਸੱਜਣ ਕੌਮਾਂ ਵਿੱਚ ਗਿਆ ਹੋਇਆ ਸੀ, ਉਹਦੀ ਸੁਰਤ ਵਾਪਸ ਮੁੜੀ। ਤੇ ਜਿਹੜਾ ਕਹਿੰਦਾ ਸੀ ਮਹਾਂਪੁਰਖਾਂ ਨੂੰ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਫਾਇਦਾ ਕੀ ਹੈ, ਜਦੋਂ ਅੱਖ ਖੁੱਲੀ, ਜਦੋਂ ਸੁਰਤ ਹੋਸ਼ ਵਿੱਚ ਆਈ ਤੇ ਉਹਦੀ ਜ਼ੁਬਾਨ ਤੋਂ ਸਭ ਤੋਂ ਪਹਿਲਾਂ ਵਾਹਿਗੁਰੂ ਨਿਕਲਿਆ। ਅੱਜ ਪਤਾ ਲੱਗਿਆ ਕਿ ਵਾਹਿਗੁਰੂ ਹੁੰਦਾ ਕੀ ਹੈ, ਉਹਦਾ ਨਾਮ ਹੈ ਕੀ ਹੈ, ਉਹਦੇ ਨਾਮ ਵਿੱਚ ਬਰਕਤ ਕੀ ਹੈ, ਉਹਦੇ ਨਾਮ ਵਿੱਚ ਸ਼ਕਤੀ ਕੀ ਹੈ। ਉਹਨੇ ਫਿਰ ਰਹਿੰਦਾ ਹੋਇਆ ਜੀਵਨ ਪ੍ਰਮਾਤਮਾ ਦਾ ਨਾਮ ਜਪ ਕੇ, ਬੰਦਗੀ ਕਰਕੇ, ਸਿਮਰਨ ਕਰਕੇ, ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਸਫਲਾ ਕੀਤਾ।